ਤੇ ਇਹੋ ਜਿਹਾ ਇੱਕ ਹੋਰ ਕੰਪਲੈਕਸ ਸਵਾਲ ਅਗਲਾ ਜਿਹੜਾ ਉਹ ਵੀ ਨਾਲ ਲੱਗਦੇ ਕਰ ਲਈਏ। ਉਹ ਹੈ ਵੀਰ ਅਕਾਲ ਜੋਤ ਸਿੰਘ ਜੀ ਨੇ ਭੇਜਿਆ ਸਾਨੂੰ ਕਿ ਇਸ ਦੇਹੀ ਕੋ ਸਿਮਰਨ ਦੇਵ। ਇਹਦੇ ਚ ਦੇਵਤੇ ਕਿਹੜੇ ਨੇ ਤੇ ਇਹਨਾਂ ਨੂੰ ਕੌਣ ਸਿਮਰਨ ਇਹਨਾਂ ਦਾ ਕਰ ਰਿਹਾ? ਇਸ ਦੇਹੀ ਕੋ ਸਿਮਰਨ ਦੇਵ, ਇਹ ਅਕਾਲ ਜੋਤ ਸਿੰਘ ਜੀ ਦਾ ਸਵਾਲ ਹੈ। ਤੇ ਮੈਂ ਵੀਰ ਐਮਪੀ ਸਿੰਘ ਨੂੰ ਬੇਨਤੀ ਕਰਨਾ ਕਿ ਇਹ ਕਿਰਪਾ ਕਰਕੇ ਇਸ ਸਵਾਲ ਨੂੰ ਵੀ ਆਪ ਜੀ ਕਲੈਰਿਟੀ ਦੇਣ ਦੀ ਕਿਰਪਾ ਕਰੋ ਜੀ। ਐਮਪੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਹੁਣੇ ਵੀ ਰਾਜਾ ਸਿੰਘ ਜੀ ਨੇ ਭੂਮਿਕਾ 'ਚ ਗੱਲ ਕੀਤੀ ਹੈ ਕਿ ਕਿਸੇ ਵੀ ਸ਼ਬਦ ਦੀ ਵਿਚਾਰ ਕਰਨੀ ਹੋਵੇ ਤਾਂ ਇੱਕ ਤਾਂ ਉਸ ਸ਼ਬਦ ਦਾ ਰਾਹੋਂ ਦਾ ਬੰਦ ਜਿਹੜਾ ਹੈ ਉਹਦੇ ਜਿਹਦੇ 'ਚ ਕੇਂਦਰੀ ਭਾਵ ਹੁੰਦਾ ਹੈ, ਤਾਂ ਪਹਿਲਾਂ ਉਸ ਦੀ ਵਿਚਾਰ ਨੂੰ ਧਿਆਨ 'ਚ ਰੱਖ ਕੇ ਹੀ ਪੂਰੇ ਸ਼ਬਦ ਦੇ ਅਰਥ ਕਰਨੇ ਚਾਹੀਦੇ ਹਨ। ਦੂਸਰਾ, ਜੋ ਰੈਫਰੈਂਸ ਟੂ ਦੀ ਕੰਟੈਕਸਟ ਹੈ ਉਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ਸ਼ਬਦ ਵਿੱਚੋਂ ਇਹ ਪੰਕਤੀ ਲਈ ਗਈ ਹੈ ਕਿ ਇਸ ਦੇਹੀ ਕੋ ਸਿਮਰਿਆ ਦੇਵ ਸੋ ਦੇਹੀ ਭਜ ਹਰਿ ਕੀ ਸੇਵ, ਤਾਂ ਉਹ ਸ਼ਬਦ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ 1159 ਤੇ ਸ਼ੋਭਿਤ ਹੈ। ਤੇ ਉਹਦੀ ਰਾਹੋਂ ਦੀ ਪੰਕਤੀ ਜਿਹੜੀ ਹੈ ਉਹ ਹੈ ਜੀ, ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹ। ਉਹ ਪਹਿਲਾਂ ਇਹਨਾਂ ਪੰਕਤੀਆਂ ਦੇ ਅਰਥ ਮਨ ਵਿੱਚ ਧਾਰ ਲਈਏ, ਤਿਆਰ ਕਰ ਲਈਏ ਉਹਨਾਂ ਨੂੰ। ਉਸ ਤੋਂ ਬਾਅਦ ਬਾਕੀ ਦੇ ਜਿਹੜੇ ਸ਼ਬਦ ਜਾਂ ਫਿਰ ਹੋਰ ਪੰਕਤੀਆਂ ਨੇ ਉਹਨਾਂ ਦੀ ਗੱਲ ਕਰਦੇ ਹਾਂ। ਤੋ ਅਰਥ ਸਪਸ਼ਟ ਹੀ ਨੇ, ਸਿੰਪਲ ਹੀ ਨੇ ਵੈਸੇ, ਕਿ ਭਜੋ ਗੋਬਿੰਦ, ਗੋਬਿੰਦ ਪਰਮਾਤਮਾ ਨੂੰ ਭਜੋ, ਚੇਤੇ ਰੱਖੋ, ਧਿਆਨ ਕਰੋ, ਉਸ ਨੂੰ ਸਿਮਰੋ ਔਰ ਇਸ ਗੱਲ ਨੂੰ ਭੁੱਲਣਾ ਨਹੀਂ। ਚੇਤੇ ਰੱਖਣਾ ਆਪ ਕਿ ਪਰਮਾਤਮਾ ਨੂੰ ਹੀ ਧਿਆਉਣਾ ਹੈ, ਉਸ ਨੂੰ ਭਜਣਾ, ਉਹਦਾ ਨਾਮ ਜਪਣਾ ਹੈ। ਇਹ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਹੈ। ਤੇ ਫਿਰ ਅਗਲੀ ਪੰਕਤੀ 'ਚ ਇਹ ਗੱਲ ਸਪਸ਼ਟ ਕੀਤੀ ਹੈ ਕਿ ਮਾਨਸ ਜਨਮ ਦਾ, ਇਸ ਮਨੁੱਖਾ ਜਨਮ ਦਾ ਜੋ ਤੁਹਾਨੂੰ ਮਿਲਿਆ ਹੈ ਉਹਦਾ ਲਾਭ ਇਹੀ ਹੈ ਕਿ ਇੱਕੋ ਇੱਕ ਜੁਨੀ ਐਸੀ ਹੈ ਜਿਹਦੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਇਸ ਸ੍ਰਿਸ਼ਟੀ ਦੇ ਅੰਦਰ ਅਨੇਕਾਂ ਜੁਨੀਆਂ ਹਨ ਤੇ ਮਨੁੱਖਾ ਜੁਨੀ ਨੂੰ ਸਭ ਤੋਂ ਉੱਤਮ ਜੁਨੀ ਕਿਹਾ ਹੀ ਇਸੇ ਕਰਕੇ ਜਾਂਦਾ ਹੈ ਕਿ ਇਸ ਜੁਨੀ ਦੇ ਅੰਦਰ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਵਰਗਾ ਬਣਿਆ ਜਾ ਸਕਦਾ ਹੈ, ਉਹਦੇ ਨਾਲ ਅਭੇਦ ਹੋਇਆ ਜਾ ਸਕਦਾ ਹੈ। ਤਾਂ ਇਸ ਲਈ ਇਸ ਗੱਲ ਨੂੰ ਭਗਤ ਜੀ ਵੀ ਇੱਥੇ ਦ੍ਰਿੜ ਕਰਵਾ ਰਹੇ ਹਨ ਕਿ ਜਿਸ ਮਕਸਦ ਵਾਸਤੇ ਇਹ ਉੱਤਮ ਦੇਹੀ ਮਿਲੀ ਹੈ ਉਹਨੂੰ ਨਾ ਭੁੱਲ ਜਾਈ ਕਿਤੇ। ਇਹ ਮਾਨਸ ਜਨਮ ਦਾ ਇਹੀ ਪਰਪਸ ਸੀਗਾ, ਇਹੀ ਮਕਸਦ ਸੀਗਾ ਕਿ ਉਸ ਨੂੰ ਕਦੀ ਨਾ ਭੁੱਲੀ, ਕਿ ਪਰਮਾਤਮਾ ਨੂੰ ਹਮੇਸ਼ਾ ਸਿਮਰੀ। ਤੋ ਇਹ ਗੱਲ ਕਰਦੇ ਹਨ ਤੇ ਇਹਦਾ ਪਹਿਲਾ ਹੁਣ ਜਿਹੜਾ ਪਦਾ ਹੈ ਉਹਦੇ ਤੋਂ ਅਸੀਂ ਗੱਲ ਆਰੰਭ ਕਰਦੇ ਹਾਂ ਕਿ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਉਹ ਹੁਣ ਜਿਸ ਕੰਟੈਕਸਟ ਵਿੱਚ ਇਹ ਗੱਲ ਚੱਲ ਰਹੀ ਹੈ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆ, ਜੋ ਇਹਦੇ ਪਹਿਲੀ ਪੰਕਤੀ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਤਾਂ ਉਹ ਅਰਥ ਇਹੀ ਬਣਦੇ ਹਨ ਕਿ ਜੇ ਇਨਸਾਨ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਗੁਰੂ ਦੀ ਸੇਵਾ ਤੇ ਭਗਤੀ ਕੀਤੀ ਹੈ, ਭਗਤੀ ਦੀ ਕਮਾਈ ਕੀਤੀ ਹੈ, ਤਾਂ ਹੀ ਇਹ ਮਨੁੱਖਾ ਦੇਹੀ ਪਾਈ ਹੋਈ ਸਫਲ ਹੈ। ਨਹੀਂ ਤਾਂ ਇਹਦੀ ਕੋਈ ਵੈਲਿਊ ਨਹੀਂ ਹੈ, ਕੋਈ ਮਕਸਦ ਨਹੀਂ ਰਹਿ ਜਾਂਦਾ। ਮਨੁੱਖਾ ਜੂਨੀ ਮਿਲੀ ਇਸ ਵਾਸਤੇ ਹੈ ਕਿ ਇਸ ਜਨਮ ਦੇ ਅੰਦਰ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਤੇ ਜੇ ਉਹ ਕੰਮ ਨਹੀਂ ਕੀਤਾ ਤਾਂ ਫਿਰ ਜੇ ਕਿਸੇ ਹੋਰ ਪਸ਼ੂ ਪੰਛੀ ਦੀ ਜੂਨ ਤੇ ਹੀ ਮਨੁੱਖਾ ਦੀ ਜੂਨ, ਫਰਕ ਕੀ ਰਿਹਾ? ਫਰਕ ਇਹ ਹੈ ਕਿ ਮਨੁੱਖ ਉਹਨਾਂ ਸਭ ਜੀਵਾਂ ਤੋਂ ਉੱਤਮ ਜੂਨੀ ਦਾ ਮਾਲਕ ਹੈ, ਇਸ ਜੂਨੀ ਦੇ ਅੰਦਰ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ। ਤੇ ਜੇ ਉਹ ਨਹੀਂ ਕੀਤੀ ਤੇ ਫਿਰ ਮਨੁੱਖ ਔਰ ਪਸ਼ੂ ਪੰਛੀਆਂ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਤੇ ਇਹ ਗੱਲ ਭਗਤ ਜੀ ਸਮਝਾ ਰਹੇ ਨੇ ਇੱਥੇ ਕਿ ਅਗਰ ਇਹਨੂੰ ਪਹਿਲਾਂ ਦੂਜੀ ਪੰਕਤੀ ਨੂੰ ਸਮਝ ਲਈਏ, ਤਬ ਇਹ ਮਾਨਸ ਦੇਹੀ ਪਾਈ, ਇਹ ਮਨੁੱਖਾ ਦੇਹੀ ਪਾਈ ਤਾਂ ਹੀ ਸਫਲ ਹੈ, ਪਰਪਸਫੁਲ ਹੈ, ਕੋਈ ਮੀਨਿੰਗਫੁਲ ਹੈ ਜੇ ਗੁਰ ਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਕੀਤੀ ਤੇ ਭਗਤੀ ਦੀ ਕਮਾਈ ਕੀਤੀ ਹੈ। ਨਹੀਂ ਤਾਂ ਜੇ ਹੀ ਮਿਲੀ ਜੇ ਨਾ ਮਿਲੀ, ਕੋਈ ਇਹਦੀ ਕੋਈ ਫਰਕ ਹੀ ਨਹੀਂ ਹੈਗਾ, ਕੋਈ ਵੈਲਿਊ ਨਹੀਂ ਹੈ। ਤਾਂ ਪਹਿਲੀਆਂ ਇਹਨਾਂ ਪੰਕਤੀਆਂ ਦੇ ਅਰਥ ਧਿਆਨ 'ਚ ਰੱਖ ਕੇ ਹੁਣ ਆਪਾਂ ਅਗਲੀਆਂ ਪੰਕਤੀਆਂ ਵਿੱਚ ਚੱਲਦੇ ਹਾਂ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵ। तो ਇਹਦੇ ਅੰਦਰ ਜੋ ਲਫ਼ਜ਼ ਦੇਵਤਾ ਆਇਆ ਹੈ ਔਰ ਇੱਕ ਲਫ਼ਜ਼ ਆਇਆ ਹੈ ਸਿਮਰੈ। ਸਿਮਰੈ ਦਾ ਅਰਥ ਹੁੰਦਾ ਹੈ ਸਿਮਰਨ, ਸਮਰਨ ਤੋਂ ਲਫ਼ਜ਼ ਬਣਿਆ ਹੈ ਜਿਹਦਾ ਅਰਥ ਹੈ ਯਾਦ। ਅਸੀਂ ਜਦੋਂ ਆਮ ਸਿਮਰਨ ਦੀ ਵੀ ਗੱਲ ਕਰਦੇ ਹਾਂ ਤਾਂ ਉਹਦਾ ਭਾਵ ਇਹ ਹੁੰਦਾ ਹੈ ਕਿ ਜੀ ਪਰਮਾਤਮਾ ਦਾ ਸਿਮਰਨ ਕਰੋ, ਭਾਵ ਪਰਮਾਤਮਾ ਨੂੰ ਚੇਤੇ ਰੱਖੋ, ਆਪਣੀ ਯਾਦ ਵਿੱਚ ਰੱਖੋ, ਕਦੀ ਭੁੱਲੇ ਨਾ, ਕਦੀ ਤੁਹਾਨੂੰ ਵਿਸਰ ਨਾ ਜਾਏ।
ਉਹ ਇਹ ਸਿਮਰਨ ਦੇ ਅਰਥ ਉੱਥੇ ਇਹੀ ਉੱਥੇ ਸਿਮਰਨ ਦੇ ਵੀ ਅਰਥ ਇਹੀ ਹਨ ਕਿ ਇਸ ਨੂੰ ਯਾਦ ਕਰਨਾ, ਚੇਤੇ ਰੱਖਣਾ। ਤੇ ਕੌਣ ਯਾਦ ਕਰਦੇ ਹਨ? ਸਿਮਰੈ ਦੇਵ। ਦੇਵ ਲਫ਼ਜ਼ ਆਇਆ ਹੈ ਦੇਵਤਿਆਂ ਦੇ ਅਰਥਾਏ। ਦੇਵਤੇ ਹੁਣ ਕਿਸ ਕੰਟੈਕਸਟ 'ਚ ਇਸਤੇਮਾਲ ਹੋਏ ਹਨ, ਇਹਨੂੰ ਵੀ ਥੋੜਾ ਜਿਹਾ ਧਿਆਨ 'ਚ ਰੱਖਣਾ ਜ਼ਰੂਰੀ ਹੈ। ਵੈਸੇ ਗੁਰਬਾਣੀ 'ਚ ਅਨੇਕਾਂ ਵਾਰੀ ਜਿਹੜੇ ਸਨਾਤਨ ਮਤ ਦੇ ਦੇਵੀ ਦੇਵਤੇ ਹਨ ਉਹਨਾਂ ਦਾ ਰੈਫਰੈਂਸ ਬੜੀ ਵਾਰੀ ਆਇਆ ਹੈ, ਔਰ ਉੱਥੇ ਬਹੁਤੀ ਵਾਰੀ ਇਹ ਗੱਲਾਂ ਵੀ ਬੜੀਆਂ ਸਪਸ਼ਟ ਤੌਰ ਦੇ ਉੱਤੇ ਗੁਰਬਾਣੀ 'ਚ ਸਮਝਾਈਆਂ ਗਈਆਂ ਕਿ ਬਈ ਇਹ ਦੇਵਤੇ ਕੋਈ ਬਹੁਤੀ ਖਾਸ ਚੀਜ਼ ਨਹੀਂ ਹੈ। ਜਿਸ ਤਰ੍ਹਾਂ ਹਿੰਦੂ ਮਤ ਦੇ ਅੰਦਰ 33 ਕਰੋੜ ਦੇਵਤਿਆਂ ਦਾ ਵੀ ਜ਼ਿਕਰ ਆਉਂਦਾ ਹੈਗਾ, ਤੇ ਉਹਨਾਂ ਨੂੰ ਸਮਝਿਆ ਜਾਂਦਾ ਵੀ ਉਹ ਸਵਰਗ ਲੋਕ ਵਿੱਚ ਰਹਿੰਦੇ ਨੇ ਔਰ ਉਹ ਕੋਈ ਖਾਸ ਸਮਝੋ ਉੱਚੀ ਚੀਜ਼ ਨੇ। ਤਾਂ ਉਸ ਪੱਖ 'ਚ ਗੁਰਬਾਣੀ ਦੇ ਅੰਦਰ ਇਹਨਾਂ ਦੇ ਕੋਈ ਬਹੁਤੀ ਵੈਲਿਊ ਦਿੱਤੀ ਨਹੀਂ ਗਈ। ਤੇ ਉਸ ਜਿਹੜੇ ਸਨਾਤਨ ਮਤ ਦੇ ਅੰਦਰ ਦੇਵੀ ਦੇਵਤੇ ਨੇ, ਤੇ ਉਹ ਇਹ ਵੀ ਗੱਲ ਆਖੀ ਜਾਂਦੀ ਹੈ ਵੀ ਇਹ ਦੇਵੀ ਦੇਵਤੇ ਜਿਹੜੇ ਨੇ ਇਹਨਾਂ ਨੇ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ। ਪਰ ਗੁਰਬਾਣੀ ਦੇ ਅੰਦਰ ਇੱਕ ਹੋਰ ਕੰਟੈਕਸਟ, ਜਿਵੇਂ ਕਿ ਵੀ ਰਾਜਾ ਸਿੰਘ ਜੀ ਨੇ ਵੀ ਪਿਛਲੇ ਸਵਾਲ ਦੀ ਉਦਾਹਨਤਾ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਆਸਾ ਕੀ ਵਾਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਪੰਕਤੀ ਇੱਕ ਉਚਾਰਨ ਕੀਤੀ ਹੈ ਸ਼ਲੋਕਾਂ ਦੇ ਅੰਦਰ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਬਈ ਮੈਂ ਆਪਣੇ ਗੁਰੂ ਤੋਂ ਦਿਹਾੜੀ ਵਿੱਚ ਸੈਂਕੜੇ ਵਾਰੀ ਸਦਕੇ ਕੁਰਬਾਨ ਜਾਂਦਾ ਹਾਂ ਕਿ ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਕਰਦਿਆਂ ਢਿੱਲ ਨਹੀਂ ਲਾਈ, ਦੇਰ ਨਹੀਂ ਲਾਈ, ਇੱਕ ਛਿਨ ਭਾਰੇ 'ਚ ਹੀ ਮਨੁੱਖ ਤੋਂ ਦੇਵਤੇ ਬਣਾ ਦਿੱਤੇ। तो जिस कंटेक्स्ट जो गल की गई है उत्थे देवते का अर्थ है उत्तम मनुख, भला मनुख, चंगा मनुख। वो मनुख जिहड़ा अपनी जिम्मेवारी नूं समझदा है, जिहड़ा अपने जीवन के मनोरथ दी पूरी सोझी रखदियां होया ਉਹਦੇ अनुसार जीवन जींदा है, वो उत्तम मनुख है। नहीं तो मनुखा जूनी के अंदर भांत भांत के मनुख ने, इक्को ही मनुखा जूनी है जिहड़े इंसान ऐसे भी हैं जिहड़े बिल्कुल ही रूटीन दे विच कोई भी परमात्मा की भगती वाले पासे का ध्यान ना रखे कि सिर्फ खाना पीना ते बस जीवन का समा गुजारना, एवं जीवन गुजार के तुर जाते हैं। तो उन्होंने विच और पशुओं के विच कोई बहुता अंतर नहीं रह जाता। तो कई इन्ने माड़े कर्म करके जाते हैं कि इंसानों के नाल इंसानों वाला व्यवहार ही नहीं करते, इंसानियत तो भी गिरे हुए कर्म करते हैं। तो उन्होंने वास्ते कई बारी प्रेतां ते दैंतां की भी जिहड़ी है वो तशबीह दी जाती है कि ये तो उन्हें गिरे हुए हैं जिवें दैंत या पशु या प्रेत होंदे हैं। तो लेकिन इसे मनुखा जन्म के अंदर भी अपनी जिम्मेवारी नूं समझ के, जीवन के मकसद नूं समझ के जिहड़े इंसान परमात्मा की भगती विच जीवन गुजारते हैं उन्होंने वास्ते उत्तम मनुख, या गुरु जिस तरह गुरु नानक पातशाह ने उस श्लोक विच गल की है कि जिन मानस ते देवते की है, गुरु की कृपा जिन्हां ते हुंदी है उन्हां दे नाल ही ये गल वापरदी है कि वो जीवन का मकसद समझ लेंदे हैं। तो गुरु तो इसलिए कुर्बान होने की गल की है कि उन्हें मनुखा तो उत्तम मनुख करदियां ढिल नहीं लाई। तो देवते उत्थे आया है उत्तम मनुख के अर्थां च। उन्हां ही अर्थां विच इत्थे भी गल आ रही है कि जिहड़े उत्तम मनुख बन जाते हैं, जीवन का मकसद समझ लेंदे हैं, पर इस गल नूं वो भी ध्यान च रखते हैं कि ये सब कुछ उन्होंने प्राप्त होया किवें। ये जिहड़ी उच्ची आत्मक अवस्था उन्हां दी बनी है, ये बनी क्यों है? ये बनी तां ही है कि उन्होंने मनुखा देही मिली सी। जे मनुखा देही ना मिली हुंदी तां वो बंदगी करन दे काबल ही ना हुंदे ते उत्तम पुरख बन ही नहीं सन सकदे। तो इसलिए जिहड़े इंसान देवता पदवी, उत्तम मनुख की पदवी नूं प्राप्त कर भी लैंदे ने, वो भी इस गल नूं चेते रखते हैं कि ये देही मनुखा देही मिलन दा सदका ही जिहड़ी बख्शिश मिली है, ਉਹਦਾ सदका ही असीं इस अवस्था नूं पहुंचे हाँ जिस अवस्था 'ਚ अज असीं मौजूद हाँ, जिहड़ी उच्ची अवस्था नूं देवते की तुलना दी जा सकती है। तो इत्थे देवता लफज उत्तम मनुख के अर्थां दे विच आया है, पर जिहड़े उस अवस्था ते पहुंचदे भी हैं वो भी इस शरीर नूं, इस मनुखा देही मिली हुई दात नूं याद रखते हैं कि इस देही का सदका ही वो इस काबिल हुए हैं कि वो उत्तम मनुख या देवते की तुलना के तुल बन सके हैं। तो आस है कि ये अर्थां दे नाल आप जी नूं स्पष्टता मिली होएगी। अगर जे फिर भी कोई शंका रह जाए तो इस बारे आप दोबारा अपनी गल साझी कर सकते हो जी। वाहिगुरू जी का खालसा, वाहिगुरू जी की फतेह। बहुत सुंदर उत्तर दिता। और सत संगत मैं बेनती करदी हां कि शरीर तो एक भांडा है, जिहड़ा मनुखा नूं सानूं शरीर मिलिया है, एक भांडे नूं समझिए तो भांडे विच जो पाया जे उहो जी बन जाता है। अगर इस एक भांडे विच पानी पिया तो कहांगे पानी वाला डोल है,
ਉਹਦੇ ਵਿੱਚ ਘਿਓ ਪਾਇਆ ਜਾਏ ਤੇ ਫਿਰ ਘਿਓ ਵਾਲਾ ਬਣ ਜਾਂਦਾ। ਇਸੇ ਤਰ੍ਹਾਂ ਜੇਕਰ ਕੋਈ ਮਾੜੀ ਚੀਜ਼ ਭਾਵ ਨਸ਼ਾ ਪਾ ਦਿੱਤਾ ਜਾਏ ਤਾਂ ਬੋਤਲ ਵਿੱਚ ਨਸ਼ਾ ਹੋਏ ਤਾਂ ਕਹਿਣਗੇ ਜੀ ਨਸ਼ੇ ਦੀ ਬੋਤਲ ਹੈ, ਪਰ ਉਸੇ ਬੋਤਲ ਵਿੱਚ ਕੋਈ ਅਰਕ ਕੋਈ ਹੋਰ ਅਸੀਂ ਖਾਦ ਪਦਾਰਥ ਪਾਈਏ ਤੇ ਉਹਦਾ ਨਾਮ ਬਣ ਜਾਂਦਾ। ਤੇ ਇਹ ਜਿਹੜਾ ਸਾਨੂੰ ਭਾਂਡਾ ਮਿਲਿਆ ਇਹਦੇ ਵਿੱਚ ਕੀ ਪਾਉਣਾ ਹੈ, ਵਾਹਿਗੁਰੂ ਜੀ ਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਕਿ ਭਲਿਆ ਜੇਕਰ ਤੂੰ ਇਹ ਜਨਮ ਸਫਲ ਕਰਨਾ ਹੈ ਤਾਂ ਇਹਦੇ ਵਿੱਚ ਚੰਗੇ ਗੁਣ ਜਿਹੜੇ ਨੇ ਉਹ ਧਾਰਨ ਕਰ, ਚੰਗੇ ਗੁਣ ਪਰ। ਜਿਸ ਤਰ੍ਹਾਂ ਕਿ ਵੀਰ ਜੀ ਨੇ ਬੜੇ ਡਿਟੇਲ ਚ ਐਕਸਪਲੇਨ ਕੀਤਾ ਕਿ ਇਹ ਦਹੀ ਜਿਹੜੀ ਹੈ ਇਹ ਕਿਉਂ ਦੇਵ ਹੈ। तो उम्मीद है भाई अकाल जोत सिंह जी वीर जी हाजिर ने और बाकी संगत भी इस उत्तर तो एक मैसेज है संगत विचों जी डॉली सिंह जी दा कि उन्हां नूं फिर अनम्यूट कर रहे हैं, फिर वो गल अपनी कर लें। अच्छा आफ्टर क्लास कर दें, चलो फिर वो कहंदे जी एंड ऑफ क्लास ते कर लें। ठीक है जी। तो आप एक सवाल होर ले लेने साथ संगत जी। तो इस सवाल चल रहा सी मैं सो साडी वाहिगुरू अगे अरदास होनी चाहिए कि सतगुरु सच्चे पातशाह साड़ी जिहड़ी विवेक बुद्धि है वो सानू वरतन दी, देखो विवेक बुद्धि नूं वरतना भी नहीं तो कई बारी एक चीज़ जिहड़ी है वो खाली पई रह जाती। महाराज ने जिसले कहा पीऊ दादे का खोल डिठा खजाना असी भी खोल के देखना। तो विवेक बुद्धि है अगवाई लई साडे कोल गुरु ग्रंथ साहब है। असीं बड़े खुशकिस्मत हाँ कि मनुखा जन्म भी है और विवेक बुद्धि भी है और साडे कोल अगवाई लई एवर लास्टिंग लाइट हाउस श्री गुरु ग्रंथ साहब जी ने। तो उत्थों असीं सेध लैके अपना जीवन बहुत वधिया बना सकते हैं। सतगुरु कृपा कर।